ਹੈਲੋ एवरीवन। ਅੱਜ ਅਸੀਂ ਆਪਣਾ ਪਹਿਲਾ ਚੈਪਟਰ ਜਿਹੜਾ ਸੈਕਸ਼ਨ A ਦੇ ਵਿੱਚੋਂ ਲੈਣ ਜਾ ਰਹੇ ਹਾਂ, ਡਿਸਕਸ ਕਰਨ ਜਾ ਰਹੇ ਹਾਂ। ਚੈਪਟਰ ਦਾ ਨੇਮ ਹੈ ਹਸਨ ਅਟੈਂਡੈਂਸ ਪ੍ਰੋਬਲਮ, ਜਿਹੜਾ ਕਿ ਸੁਧਾ ਮੂਰਤੀ ਨੇ ਲਿਖਿਆ। ਵੈਸੇ ਤਾਂ ਤੁਸੀਂ ਇਹ ਚੈਪਟਰ ਪੜ੍ਹ ਚੁੱਕੇ ਹੋ, ਲੇਕਿਨ ਫਿਰ ਵੀ ਅਸੀਂ ਡਿਸਕਸ ਕਰ ਲਈਏ ਇਹਨੂੰ ਬਿਲਕੁਲ ਸ਼ਾਰਟ ਦੇ ਵਿੱਚ, ਸਮਰੀ ਦੇ ਵਿੱਚ, ਕਿ ਇਹ ਚੈਪਟਰ ਕੀ ਹੈ, ਤਾਂ ਕਿ ਇਸ ਚੈਪਟਰ ਦੀ ਕਲੈਰਿਟੀ ਜਿਹੜੀ ਤੁਹਾਨੂੰ ਹੋ ਜੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਆਪਾਂ ਸੁਧਾ ਮੂਰਤੀ ਤੋਂ। ਲਾਸਟ ਈਅਰ +1 ਕਲਾਸ ਦੇ ਵਿੱਚ ਤੁਸੀਂ ਇੱਕ ਸੁਧਾ ਮੂਰਤੀ ਦਾ ਚੈਪਟਰ ਪੜ੍ਹਿਆ ਸੀਗਾ, ਜੈਂਡਰ ਬਾਇਸ। ਉਹ ਚੈਪਟਰ ਸੁਧਾ ਮੂਰਤੀ ਨੇ ਉਦੋਂ ਲਿਖਿਆ ਸੀ ਜਦੋਂ ਉਹ ਖੁਦ ਪੜ੍ਹ ਰਹੀ ਸੀ, ਲੇਕਿਨ ਇਹ ਚੈਪਟਰ ਉਹਨੇ ਉਦੋਂ ਲਿਖਿਆ ਜਦੋਂ ਉਹ ਐਜ਼ ਏ ਲੈਕਚਰਰ ਦੇ ਤੌਰ 'ਤੇ, ਜਦੋਂ ਉਹਨੇ ਪੜ੍ਹਾਉਣਾ ਸ਼ੁਰੂ ਕੀਤਾ, ਇੱਕ ਟੀਚਰ ਦੇ ਤੌਰ 'ਤੇ ਉਹਨੇ ਪੜ੍ਹਾਉਣਾ ਸ਼ੁਰੂ ਕੀਤਾ, ਉਹਨੇ ਇਹ ਚੈਪਟਰ ਉਦੋਂ ਲਿਖਿਆ। ਸੁਧਾ ਮੂਰਤੀ ਇੱਕ ਟੀਚਰ, ਇੱਕ ਸਮਾਜ ਸੇਵੀ ਤੇ ਇੱਕ ਫਿਲੈਂਥਰੋਪਿਸਟ। ਫਿਲੈਂਥਰੋਪਿਸਟ ਦਾ ਮਤਲਬ ਹੁੰਦਾ ਜਿਹੜਾ ਕਿਸੇ ਦੇ ਵੈਲਫੇਅਰ ਦੇ ਲਈ ਕੰਮ ਕਰਦਾ, ਸੁਸਾਇਟੀ ਦੇ ਵੈਲਫੇਅਰ ਦੇ ਲਈ ਕੰਮ ਕਰਦਾ। ਸੁਧਾ ਮੂਰਤੀ ਨੇ ਜਿੰਨੀਆਂ ਵੀ ਰਾਈਟਿੰਗਸ ਜਿਹੜੀਆਂ ਲਿਖੀਆਂ ਹੈ, ਉਸ ਕੁਛ ਨਾ ਕੁਛ ਬੜਾ ਡੀਪਲੀ ਮੈਸੇਜ ਜਿਹੜਾ ਇਹ ਦੇ ਕੇ ਜਾਂਦੀਆਂ। ਸੁਧਾ ਮੂਰਤੀ ਜਿਹੜੇ ਹਸਬੈਂਡ ਨੇ ਉਹ ਇੰਫੋਸਿਸ ਕੰਪਨੀ ਦੇ ਫਾਊਂਡਰ ਨੇ, ਨਾਰਾਇਣ ਮੂਰਤੀ, ਮਿਸਟਰ ਨਾਰਾਇਣ ਮੂਰਤੀ। ਇਸ ਚੈਪਟਰ ਦੇ ਵਿੱਚ ਇੱਕ ਬੱਚੇ ਦੀ ਗੱਲ ਕੀਤੀ ਗਈ ਹੈ ਜਿਹਦਾ ਨਾਂ ਹੈ ਹਸਨ। ਸ਼ੁਰੂਆਤ ਕਰਦੇ ਹਾਂ ਚੈਪਟਰ ਦੀ। ਕਾਫੀ ਸਾਲਾਂ ਤੋਂ ਸੁਧਾ ਮੂਰਤੀ ਜਿਹੜੀ ਆ ਕੰਪਿਊਟਰ ਸਾਇੰਸ ਜਿਹੜੀ ਆ ਬੱਚਿਆਂ ਨੂੰ ਟੀਚ ਕਰ ਰਹੀ ਹੈ, ਲੇਕਿਨ ਜਦੋਂ ਜਿਹੜਾ ਉਹਦਾ ਪਹਿਲਾ ਬੈਚ ਸੀ, ਜਦੋਂ ਉਹਨੇ ਪਹਿਲਾ ਬੈਚ ਆਪਣਾ ਜਦੋਂ ਟੀਚਿੰਗ ਕਰੀਅਰ ਸ਼ੁਰੂ ਕੀਤਾ, ਜਿਹੜਾ ਉਹਦਾ ਪਹਿਲਾ ਬੈਚ ਸੀ ਉਹ ਮਾਸਟਰਸ ਇਨ ਕੰਪਿਊਟਰ ਐਪਲੀਕੇਸ਼ਨਸ ਨੂੰ ਪੜ੍ਹਾਇਆ ਕਰਦੀ ਸੀ, ਯਾਨੀ MCA ਦੇ ਬੱਚਿਆਂ ਨੂੰ ਪੜ੍ਹਾਇਆ ਕਰਦੀ ਸੀ ਕੰਪਿਊਟਰ ਸਾਇੰਸ, ਬੈਂਗਲੋਰ ਕਾਲਜ ਦੇ ਵਿੱਚ। ਉਹਨੇ ਕਾਫੀ ਸਾਰੇ ਬੱਚਿਆਂ ਦੇ ਨਾਲ ਗੱਲ ਕੀਤੀ, ਲੇਕਿਨ ਹਰ ਇੱਕ ਬੱਚੇ ਨੂੰ ਜਿਹੜਾ ਯਾਦ ਰੱਖਣਾ ਪੋਸੀਬਲ ਨਹੀਂ ਹੈ, ਕਿਉਂਕਿ ਜਿਵੇਂ ਜਿਵੇਂ ਟਾਈਮ ਗੁਜ਼ਰਦਾ ਹੈ ਉਵੇਂ ਉਵੇਂ ਕੀ ਹੈ ਕਿ ਕੁਛ ਬੱਚੇ ਯਾਦ ਰਹਿ ਜਾਂਦੇ ਆ, ਕੁਛ ਬੱਚੇ ਜਿਹੜੇ ਆ ਉਹ ਭੁੱਲ ਜਾਂਦੇ ਆ। ਕਹਿੰਦੇ ਵੀ ਬੱਚਿਆਂ ਨੂੰ ਇਸ ਕਰਕੇ ਨਹੀਂ ਯਾਦ ਰੱਖਿਆ ਜਾਂਦਾ ਕਿ ਉਹ ਬ੍ਰਿਲੀਅੰਟ ਸੀ, ਬਲਕਿ ਇਸ ਕਰਕੇ ਯਾਦ ਰੱਖਿਆ ਜਾਂਦਾ ਕਿਉਂਕਿ ਉਹਨਾਂ ਦੇ ਵਿੱਚ ਕੁਛ ਦੂਜਿਆਂ ਨਾਲੋਂ ਕੁਛ ਅਲੱਗ ਸੀ। ਉਹਨੇ ਆਪਣੇ ਫਸਟ ਬੈਚ ਦੀ ਗੱਲ ਕੀਤੀ ਹੈ ਕਿ ਉਹਦੇ ਫਸਟ ਬੈਚ ਦੇ ਵਿੱਚ ਇੱਕ ਬੱਚਾ ਸੀ ਹਸਨ, ਇੱਕ ਲੜਕਾ ਸੀ, ਟਾਲ ਸੀ, ਹੈਂਡਸਮ ਸੀ, ਕਾਫੀ ਅੱਛੀ ਮੈਮਰੀ ਸੀ ਉਹਦੀ। ਉਹ ਇੱਕ ਰਿਚ ਫੈਮਿਲੀ ਨੂੰ ਬਿਲੋਂਗ ਕਰਦਾ ਸੀ। ਅਫਲੂਐਂਟ ਫੈਮਿਲੀ ਦਾ ਮਤਲਬ ਰਿਚ ਫੈਮਿਲੀ ਨੂੰ ਬਿਲੋਂਗ ਕਰਦਾ ਸੀਗਾ, ਤੇ ਉਹ ਇਕਲੌਤਾ ਲੜਕਾ ਸੀ ਆਪਣੀ ਫੈਮਿਲੀ ਦੇ ਵਿੱਚ, ਇਕਲੌਤਾ ਬੱਚਾ ਸੀ। ਪਹਿਲਾਂ ਤੇ ਸੁਧਾ ਮੂਰਤੀ ਨੂੰ ਉਹਦੀ ਐਗਜ਼ਿਸਟੈਂਸ ਦਾ ਪਤਾ ਨਹੀਂ ਲੱਗਾ, ਕਿਉਂਕਿ ਉਹ ਕਾਲਜ ਦੇ ਵਿੱਚ ਜ਼ਿਆਦਾ ਪ੍ਰੈਜ਼ੈਂਟ ਨਹੀਂ ਸੀ ਰਹਿੰਦਾ। ਨਾਰਮਲੀ ਜਿਹੜੀ ਹੈ ਸੁਧਾ ਮੂਰਤੀ ਆਪਣੀ ਜਿਹੜੀ ਕਲਾਸ ਹੈ 9 ਵਜੇ ਲਗਾਇਆ ਕਰਦੀ ਸੀ, ਉਸ ਤੋਂ ਬਾਅਦ 10 ਵਜੇ। ਉਹ ਇਸ ਕਰਕੇ ਇਹ ਕਲਾਸਿਸ ਦਾ ਟਾਈਮ 9 ਵਜੇ 10 ਵਜੇ ਚੂਜ਼ ਕਰਦੀ ਸੀ, ਕਿਉਂਕਿ ਉਹ ਮੰਨਦੀ ਸੀ ਕਿ ਇਸ ਟਾਈਮ 'ਤੇ ਬੱਚੇ ਜਿਹੜੇ ਆ ਫਰੈਸ਼ ਹੁੰਦੇ ਆ, ਅਟੈਂਟਿਵ ਹੁੰਦੇ ਆ ਅਤੇ ਜ਼ਿਆਦਾ ਸਿੱਖਦੇ ਆ। ਕਹਿੰਦੇ ਵੀ ਹਸਨ ਉਹਨੂੰ ਉਦੋਂ ਮਿਲਦਾ ਸੀ ਜਦੋਂ ਜਾਂ ਤਾਂ ਕੋਈ ਕਲਾਸ ਟੈਸਟ ਸੀ ਜਾਂ ਐਗਜ਼ਾਮੀਨੇਸ਼ਨ ਵਗੈਰਾ, ਕੋਈ ਜਦੋਂ ਪੇਪਰ ਵਗੈਰਾ ਹੁੰਦੇ ਸੀ, ਜਦੋਂ ਐਗਜ਼ਾਮਸ ਵਗੈਰਾ ਹੁੰਦੇ ਸੀ, ਉਦੋਂ ਉਹ ਨਜ਼ਰ ਆਉਂਦਾ ਸੀ ਕਾਲਜ ਦੇ ਵਿੱਚ, ਨਹੀਂ ਤੇ ਉਹ ਪ੍ਰੈਜ਼ੈਂਟ ਨਹੀਂ ਸੀ ਹੁੰਦਾ ਜ਼ਿਆਦਾ। ਉਹ ਜ਼ਿਆਦਾਤਰ ਸੁਧਾ ਮੂਰਤੀ ਨੂੰ ਉਦੋਂ ਮਿਲਦਾ ਸੀ ਜਦੋਂ ਉਹਦੀ ਅਟੈਂਡੈਂਸ ਜਿਹੜੀ ਹੈ ਸ਼ਾਰਟ ਹੋ ਜਾਂਦੀ ਸੀ, ਕਿਉਂਕਿ ਉਹ ਅਕਸਰ ਐਬਸੈਂਟ ਰਿਹਾ ਕਰਦਾ ਸੀ ਅਤੇ ਉਹਦੀ ਅਟੈਂਡੈਂਸ ਜਿਹੜੀ ਹੈ ਸ਼ਾਰਟ ਹੋ ਜਾਂਦੀ ਸੀ, ਤੇ ਉਹ ਯਾਨੀ ਅਟੈਂਡੈਂਸ ਪੂਰੀ ਕਰਵਾਉਣ ਦੇ ਲਈ ਉਹ ਆਪਣੇ ਟੀਚਰਸ ਦੇ ਸਾਹਮਣੇ ਜਿਹੜਾ ਬੈਕ ਕਰਦਾ ਸੀ, ਤਰਲਾ ਮਿਹਨਤ ਕਰਦਾ ਸੀ ਤਾਂ ਕਿ ਉਹਦੀ ਅਟੈਂਡੈਂਸ ਪੂਰੀ ਕਰ ਲਈ ਜਾਵੇ। ਕਈ ਵਾਰੀ ਟੀਚਰਸ ਅਪਸੈਟ ਵੀ ਹੁੰਦੇ ਸੀ, ਸੁਧਾ ਮੂਰਤੀ ਕਈ ਵਾਰੀ ਅਪਸੈਟ ਵੀ ਹੋ ਜਾਂਦੀ ਸੀ, ਉਹਨੂੰ ਕਹਿੰਦੀ ਸੀ ਵੀ ਮੈਂ ਤੈਨੂੰ ਅਟੈਂਡੈਂਸ ਜਿਹੜੀ ਹੈ ਨਹੀਂ ਪੂਰੀ ਕਰ ਸਕਦੀ ਤੇਰੀ, ਵੀ ਇੱਕ ਡਿਸਿਪਲਿਨ ਹੋਣਾ ਚਾਹੀਦਾ ਜਿਹੜਾ ਡਿਸਿਪਲਿਨ ਤੂੰ ਫੋਲੋ ਨਹੀਂ ਕਰਦਾ। ਉਹ ਆਪਣੇ ਟੀਚਰ ਨੂੰ ਬੜੇ ਅਪੋਲੋਜੈਟਿਕਲੀ ਮਾਫੀ ਮੰਗਦਾ ਸੀਗਾ, ਅਤੇ ਉਹਨੂੰ ਆਪਣੇ ਟੀਚਰ ਨੂੰ, ਸੁਧਾ ਮੂਰਤੀ ਨੂੰ ਇਹ ਪ੍ਰੋਮਿਸ ਕਰਦਾ ਸੀਗਾ ਕਿ ਨੈਕਸਟ ਸਮੈਸਟਰ ਦੇ ਵਿੱਚ ਉਹ ਤੁਹਾਡੀ ਕਲਾਸ ਜਿਹੜੀ ਆ ਰੈਗੂਲਰ ਅਟੈਂਡ ਕਰਿਆ ਕਰੇਗਾ, ਹੁਣ ਐਬਸੈਂਟ ਨਹੀਂ ਹੋਇਆ ਕਰੇਗਾ, ਅਤੇ ਉਹ ਉਹਨੂੰ ਅਟੈਂਡੈਂਸ ਜਿਹੜੀ ਆ ਪੂਰੀ ਕਰ ਦਿੰਦੀ ਸੀ। ਅਤੇ ਕਹਿੰਦੇ ਆ ਵੀ ਉਹ ਹਸਨ ਕੋਲੋਂ ਜ਼ਿਆਦਾ ਦੇਰ ਤੱਕ ਗੁੱਸਾ ਨਹੀਂ ਸੀ ਰਹਿ ਸਕਦੀ, ਕਿਉਂਕਿ ਟੀਚਰਸ ਨਹੀਂ ਚਾਹੁੰਦੇ ਕਿ ਉਹ ਬੱਚਿਆਂ ਦਾ ਕੋਈ ਨੁਕਸਾਨ ਹੋਵੇ, ਲੇਕਿਨ ਜੇਕਰ ਉਹਨਾਂ ਦੇ ਫਾਈਨਲ ਐਗਜ਼ਾਮੀਨੇਸ਼ਨ ਦੀ ਅਪੀਅਰੈਂਸ ਦੇ ਉੱਪਰ ਜੇਕਰ ਮਤਲਬ ਇਸ ਅਟੈਂਡੈਂਸ ਸ਼ਾਰਟੇਜ ਦਾ ਫਰਕ ਪੈਂਦਾ, ਤਾਂ ਫਿਰ ਕਈ ਵਾਰੀ ਕੀ ਹੈ ਟੀਚਰ ਬੱਚੇ ਨੂੰ ਅਟੈਂਡੈਂਸ ਪੂਰੀ ਕਰ ਦਿੰਦਾ ਹੈ ਵੀ ਇਹ ਐਗਜ਼ਾਮ ਦੇ ਵਿੱਚ ਬੈਠ ਸਕੇ। ਇੱਕ ਚੰਗਾ ਟੀਚਰ ਜਿਹੜਾ ਸੁਧਾ ਮੂਰਤੀ ਦੀ ਨਜ਼ਰ ਦੇ ਵਿੱਚ ਆਪਣੇ ਸਟੂਡੈਂਟਸ ਵਾਸਤੇ ਬੈਸਟ ਹੀ ਸੋਚਦਾ ਹੈ, ਕਿਉਂਕਿ ਉਹ ਕਾਫੀ ਬਰਾਈਟ ਸੀ ਪੜ੍ਹਨ ਦੇ ਵਿੱਚ। ਹਰ ਵਾਰੀ ਫਸਟ ਕਲਾਸ ਦੇ ਵਿੱਚ ਜਿਹੜਾ ਉਹ ਪਾਸ ਹੋ ਜਾਂਦਾ ਸੀ। ਹਰ ਸਮੈਸਟਰ ਦੇ ਵਿੱਚ ਉਹਦਾ ਸੇਮ ਡਰਾਮਾ ਇਹੀ ਰਿਪੀਟ ਹੁੰਦਾ ਸੀ ਕਿ ਅਟੈਂਡੈਂਸ ਵਾਸਤੇ ਉਹਨੇ ਤਰਲਾ ਮਿਹਨਤ ਕਰਨੀ ਆਪਣੀ ਟੀਚਰ ਦੇ ਕੋਲੋਂ,
ताकि ਉਹਦੀ ਅਟੈਂਡੈਂਸ ਜਿਹੜੀ ਹੈ ਪੂਰੀ ਕਰ ਦਿੱਤੀ ਜਾਵੇ। ਕਈ ਵਾਰੀ ਉਹਦੇ ਕੋ ਅਪਸੈਟ ਹੁੰਦੀ ਸੀ ਸੁਧਾ ਮੂਰਤੀ, ਕਈ ਵਾਰੀ ਉਹਨੂੰ ਧਮਕੀਆਂ ਵੀ ਦਿੰਦੀ ਸੀ, ਲੇਕਿਨ ਹਸਨ ਜਿਹੜਾ ਉਹ ਆਪਣੀ ਅਟੈਂਡੈਂਸ ਜਿਹੜੀ ਆ ਇੰਪਰੂਵ ਨਹੀਂ ਸੀ ਕਰ ਰਿਹਾ। ਸਿਰਫ ਇੱਕ ਹਫ਼ਤੇ ਤੱਕ ਉਹ ਕੰਟੀਨਿਊ ਰਹਿੰਦਾ ਸੀਗਾ, ਉਹਦੇ ਬਾਅਦ ਫਿਰ ਦੁਬਾਰਾ ਉਹਦੀ ਓਲਡ ਸਟੋਰੀ ਜਿਹੜੀ ਆ, ਉਹਦੀ ਸੇਮ ਓਲਡ ਹੈਬਿਟ ਜਿਹੜੀ ਉਹਦੀ ਸ਼ੁਰੂ ਹੋ ਜਾਂਦੀ ਸੀ ਐਬਸੈਂਟ ਹੋਣ ਵਾਲੀ। ਅਤੇ ਹਰ ਵਾਰੀ ਉਹਦੇ ਐਬਸੈਂਸਿਸ ਵਾਸਤੇ ਉਹਦੇ ਕੋਲ ਕੋਈ ਨਵਾਂ ਰੀਜ਼ਨ ਹੁੰਦਾ ਸੀ, ਕੋਈ ਨਵਾਂ ਬਹਾਨਾ ਹੁੰਦਾ ਸੀ ਹਰ ਵਾਰੀ। ਲੇਕਿਨ ਉਹ ਬਿਲਕੁਲ ਜੈਨੂਅਨ ਲੱਗਦੇ ਸੀ ਉਹਨੂੰ, ਸੁਧਾ ਮੂਰਤੀ ਨੂੰ। ਜਦੋਂ ਉਹਦੇ ਉਹ ਐਕਸਕਿਊਜ਼ਿਸ ਸੁਣਦੇ ਸੀ ਤਾਂ ਉਹਨੂੰ ਉਹਦੇ ਐਕਸਕਿਊਜ਼ਿਸ ਜਿਹੜੇ ਆ ਬਿਲਕੁਲ ਜੈਨੂਅਨ ਲੱਗਦੇ ਸੀ। ਜਦੋਂ ਉਹ ਉਹਦੀਆਂ ਸਟੋਰੀਜ਼ ਸੁਣ ਸੁਣ ਕੇ ਥੱਕ ਗਈ ਤੇ ਉਹਨੇ ਉਹਦੇ ਪੇਰੈਂਟਸ ਨੂੰ ਬੁਲਾਇਆ ਸਕੂਲ ਦੇ ਵਿੱਚ ਮਿਲਣ ਵਾਸਤੇ, ਮੀਟਿੰਗ ਵਾਸਤੇ। ਤਾਂ ਉਹਨੇ ਉਹਦੇ ਪੇਰੈਂਟਸ ਨੂੰ ਕਿਹਾ ਕਿ ਤੁਹਾਡਾ ਬੱਚਾ ਜਿਹੜਾ ਕਾਫੀ ਬਰਾਈਟ ਹੈ, ਉਹ ਐਰੋਗੈਂਟ ਨਹੀਂ ਹੈ, ਲੇਕਿਨ ਉਹ ਇਨਡਿਸਪਲਿਨਡ ਹੈ। ਜੇਕਰ ਉਹ ਕਲਾਸ ਦੇ ਵਿੱਚ ਰੈਗੂਲਰ ਆਏਗਾ ਤੇ ਲੈਬ ਅਟੈਂਡ ਕਰੇਗਾ, ਕਿਉਂਕਿ ਉਹ MCA ਕੋਰਸ ਦੇ ਵਿੱਚ ਸੀਗਾ ਤੇ MCA ਦੇ ਵਿੱਚ ਕੀ ਕੰਪਿਊਟਰ ਲੈਬਸ ਲਾਉਣੀਆਂ ਜ਼ਰੂਰੀ ਹੈ, ਪ੍ਰੈਕਟੀਕਲ ਨੌਲੇਜ ਹੋਣੀ ਜ਼ਰੂਰੀ ਹੈ। ਤਾਂ ਉਹਨੇ ਇਹ ਗੱਲ ਕਹੀ ਕਿ ਜੇਕਰ ਉਹ ਕਲਾਸ ਦੇ ਵਿੱਚ ਰੈਗੂਲਰ ਆਵੇ, ਆਪਣੀਆਂ ਲੈਬਸ ਜਿਹੜੀਆਂ ਰੈਗੂਲਰ ਅਟੈਂਡ ਕਰੇ, ਤੇ ਉਹ ਇੱਕ ਚੰਗਾ ਰੈਂਕ ਵੀ ਜਿਹੜਾ ਲੈ ਸਕਦਾ। ਕਹਿੰਦੇ ਵੀ ਮੈਂ ਉਹਨੂੰ ਸਮਝਾਉਣ ਦੇ ਵਿੱਚ ਫੇਲ ਹੋ ਚੁੱਕੀ ਹਾਂ ਕਿ ਜੇਕਰ ਤੁਸੀਂ ਇਸ ਮੈਟਰ ਦੇ ਵਿੱਚ, ਉਹਨੇ ਉਹਦੇ ਪੇਰੈਂਟਸ ਨੂੰ ਕਿਹਾ ਕਿ ਜੇਕਰ ਤੁਸੀਂ ਇਸ ਮੈਟਰ ਨੂੰ ਬੜੇ ਸੀਰੀਅਸਲੀ ਜਿਹੜਾ ਲਓ, ਉਹਨੂੰ ਸਮਝਾਓ, ਤੇ ਸ਼ਾਇਦ ਜੇ ਇਹੀ ਹਾਲ ਰਵੇ ਤਾਂ ਉਹਦੀ ਲਾਈਫ ਜਿਹੜੀ ਹੈ ਇਹਦੇ ਨਾਲ ਅਫੈਕਟ ਹੋ ਸਕਦੀ ਹੈ। ਹਸਨ ਦੇ ਫਾਦਰ ਕਾਫੀ ਬਿਜ਼ੀ ਸੀ, ਉਹਨਾਂ ਨੇ ਉਹਦੇ ਸੁਧਾ ਮੂਰਤੀ ਦੇ ਵਰਡਸ ਨੂੰ ਸੀਰੀਅਸਲੀ ਨਹੀਂ ਲਿਆ। ਉਹਨਾਂ ਨੇ ਇਹੀ ਕਿਹਾ ਕਿ ਇੱਕ ਏਜ ਹੁੰਦੀ ਹੈ, ਇੱਕ ਸਰਟਨ ਏਜ ਤੋਂ ਬਾਅਦ ਬੱਚੇ ਆਪਣੇ ਪੇਰੈਂਟਸ ਨੂੰ ਨਹੀਂ ਸੁਣਦੇ, ਸਿਰਫ ਜ਼ਿੰਦਗੀ ਹੀ ਉਹਨਾਂ ਨੂੰ ਟੀਚ ਕਰਦੀ ਹੈ, ਜ਼ਿੰਦਗੀ ਹੀ ਉਹਨਾਂ ਨੂੰ ਸਬਕ ਸਿਖਾਉਂਦੀ ਹੈ। ਲੇਕਿਨ ਉਹਦੀ ਮਦਰ ਜਿਹੜੀ ਆ ਉਹ ਰੋਣ ਲੱਗ ਗਈ ਇਹ ਸੁਣ ਕੇ। ਉਹਦੀ ਮਦਰ ਨੇ ਕਿਹਾ ਕਿ ਉਹ ਇੱਕ ਮਦਰ ਹੋਣ ਦੇ ਨਾਤੇ ਫੇਲ ਹੋ ਚੁੱਕੀ ਆ। ਹਸਨ ਜਿਹੜਾ ਆਪਣੀ ਮਦਰ ਦੀ ਗੱਲ ਬਿਲਕੁਲ ਵੀ ਨਹੀਂ ਸੁਣਦਾ। ਉਹ ਤਕਰੀਬਨ ਸਾਰੀ ਰਾਤ ਜਿਹੜੀ ਆ ਮਿਊਜ਼ਿਕ ਸੁਣਨ ਦੇ ਵਿੱਚ, ਆਪਣੇ ਫਰੈਂਡਸ ਦੇ ਨਾਲ ਚੈਟਿੰਗ ਕਰਨ ਦੇ ਵਿੱਚ ਗੁਜ਼ਾਰਦਾ ਹੈ ਤੇ ਸਵੇਰੇ 6 ਵਜੇ ਸੌਂਦਾ ਹੈ। ਯਾਨੀ ਸਾਰੀ ਰਾਤ ਜਿਹੜਾ ਹੈ ਉਹ ਮਿਊਜ਼ਿਕ ਸੁਣਦਾ ਰਹਿੰਦਾ, ਚੈਟਿੰਗ ਕਰਦਾ ਰਹਿੰਦਾ ਤੇ ਸਵੇਰੇ 6 ਵਜੇ ਸੌਂਦਾ। ਤੇ ਉਹਦੀ ਮਦਰ ਨੇ ਕਿਹਾ ਵੀ ਉਹ ਕਿਵੇਂ ਕੋਈ ਕਲਾਸ ਅਟੈਂਡ ਕਰ ਸਕਦਾ ਹੈ ਆਪਣੀ, ਕਿਉਂਕਿ ਉਹ ਆਪਣੀ ਅਟੈਂਸ਼ਨ ਕਿਸੇ ਵੀ ਕੰਮ ਦੇ ਵਿੱਚ ਪੇ ਨਹੀਂ ਕਰਦਾ। ਤੇ ਮੈਨੂੰ ਵਾਰ-ਵਾਰ ਉਹਦੀ ਮਦਰ ਨੇ ਕਿਹਾ ਵੀ ਮੈਨੂੰ ਵਾਰ-ਵਾਰ ਇਹੀ ਕਹਿੰਦਾ ਕਿ ਤੁਸੀਂ ਹਰ ਵਾਰ ਇੱਕ ਹੀ ਗੱਲ ਰਿਪੀਟ ਕਰਦੇ ਹੋ। ਮੀਟਿੰਗ ਜਿਹੜੀ ਹੈ ਇੱਕ ਆਰਗੂਮੈਂਟ ਦੇ ਵਿੱਚ ਖਤਮ ਹੋਈ। ਉਹਦੇ ਫਾਦਰ ਤੇ ਉਹਦੇ ਮਦਰ ਦੇ ਵਿੱਚ ਆਰਗੂਮੈਂਟ ਹੋਇਆ ਤੇ ਉਹਦੇ ਫਾਦਰ ਨੇ ਕਿਹਾ ਕਿ ਉਹਦੀ ਮਦਰ ਨੂੰ ਕਿਹਾ ਯੂ ਆਰ ਦਾ ਮਦਰ, ਕਿ ਤੇਰੀ ਡਿਊਟੀ ਸੀ ਕਿ ਤੂੰ ਉਹਨੂੰ ਕਰੈਕਟ ਕਰਦੀ, ਤੂੰ ਉਹਨੂੰ ਸਹੀ ਕਰਦੀ, ਤੈਨੂੰ ਉਹਦੇ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੀਦਾ ਸੀਗਾ। ਤੇ ਉਹਦੇ ਫਾਦਰ ਨੇ ਕਿਹਾ ਕਿ ਮੈਂ ਤਾਂ ਕਾਫੀ ਬਿਜ਼ੀ ਹਾਂ ਤੇ ਤੈਨੂੰ ਉਹਨੂੰ ਸਮਝਾਉਣਾ ਚਾਹੀਦਾ ਸੀ। ਯੂ ਹੈਵ ਫੇਲਡ। ਹਿਜ਼ ਮਦਰ ਸੈਡ ਯੂ ਆਰ ਦਾ ਫਾਦਰ। ਉਹਦੀ ਮਦਰ ਨੇ ਕਿਹਾ ਵੀ ਤੂੰ ਉਹਦਾ ਫਾਦਰ ਹੈ। ਵੌਇਸ ਨੂੰ ਕੰਟਰੋਲ ਕਰਨਾ ਜਿਹੜਾ ਬੜਾ ਡਿਫਿਕਲਟ ਹੈ ਇੱਕ ਮਦਰ ਵਾਸਤੇ। ਤੇ ਉਹਦੇ ਫਾਦਰ ਨੂੰ ਉਹਨੇ ਕਿਹਾ ਵੀ ਤੁਹਾਨੂੰ ਉਹਦੇ ਨਾਲ ਮੈਨ ਟੂ ਮੈਨ ਗੱਲ ਕਰਨੀ ਚਾਹੀਦੀ ਸੀ। ਜ਼ਿੰਦਗੀ ਦੇ ਵਿੱਚ ਪੈਸਾ ਕਮਾਉਣਾ ਇਹ ਸਭ ਕੁਝ ਨਹੀਂ ਹੁੰਦਾ। ਦਿਸ ਕੰਟੀਨਿਊਡ ਫॉर ਅ ਵਾਈਲ ਐਂਡ ਮੀਟਿੰਗ ਐਂਡ ਫਰੂਟਲੈਸਲੀ। ਤੇ ਉਹ ਕਾਫੀ ਦੇਰ ਤੱਕ ਕੰਟੀਨਿਊ ਚੱਲਦੀ ਰਹੀ ਉਹ ਬਹਿਸ, ਤੇ ਮੀਟਿੰਗ ਜਿਹੜੀ ਆ ਬੜੇ ਫਰੂਟਲੈਸਲੀ ਜਿਹੜੀ ਆ, ਯਾਨੀ ਜਿਹਦਾ ਕੋਈ ਫਲ ਨਹੀਂ ਮਿਲਿਆ, ਉਹ ਮੀਟਿੰਗ ਖਤਮ ਹੋਈ। ਉਹਦੇ ਬਾਅਦ ਹਸਨ ਜਿਹੜਾ ਸੇਮ ਕੋਰਸ ਦੇ ਵਿੱਚ ਜਿਹੜਾ ਐਜ਼ ਯੂਜੂਅਲ ਜਿੱਦਾਂ ਉਹ ਫਸਟ ਕਲਾਸ ਦੇ ਵਿੱਚ ਹਮੇਸ਼ਾ ਪਾਸ ਹੁੰਦਾ ਸੀ, ਉਹ ਫਸਟ ਕਲਾਸ ਦੇ ਵਿੱਚ ਪਾਸ ਹੋਇਆ। ਕਾਫੀ ਅੱਛਾ ਲੜਕਾ ਸੀ। ਹੀ ਕੇਮ ਐਂਡ ਥੈਂਕ ਮੀ। ਉਹ ਸੁਧਾ ਮੂਰਤੀ ਦੇ ਕੋਲ ਆਇਆ, ਉਹਨੇ ਉਹਨੂੰ ਥੈਂਕਸ ਕੀਤਾ। ਉਹਨੇ ਆਪਣੀ ਮੈਡਮ ਨੂੰ ਕਿਹਾ ਕਿ ਥੈਂਕ ਯੂ ਫॉर ਟੀਚਿੰਗ ਮੀ ਫॉर ਦ ਲਾਸਟ ਈਅਰਸ, ਕਿ ਪਿਛਲੇ 3 ਸਾਲਾਂ ਤੋਂ ਤੁਸੀਂ ਮੈਨੂੰ ਪੜ੍ਹਾ ਰਹੇ ਹੋ। ਉਹਦੇ ਵਾਸਤੇ ਉਹਨੇ ਆਪਣੀ ਟੀਚਰ ਦਾ ਥੈਂਕਸ ਕੀਤਾ। ਬਿਕੋਜ਼ ਆਫ ਯੋਰ ਕਾਈਂਡ ਹਾਰਟ ਆਈ ਕੁਡ ਗੈਟ ਆਲ ਮਾਈ ਅਟੈਂਡੈਂਸ, ਕਿ ਤੁਹਾਡੇ ਦਰਿਆਦਿਲੀ ਦਾ ਕਰਕੇ ਹੀ ਉਹ ਉਹਦੀ ਅਟੈਂਡੈਂਸ ਜਿਹੜੀ ਆ, ਆਪਣੀ ਅਟੈਂਡੈਂਸ ਜਿਹੜੀ ਆ ਪੂਰੀ ਕਰ ਸਕਿਆ। ਆਈ ਵਿਸ਼ ਆਲ ਟੀਚਰਸ ਵਰ ਲਾਈਕ ਯੂ ਇਨ ਦ ਕਾਲਜ। ਤੇ ਉਹਨੇ ਕਿਹਾ ਵੀ ਮੈਂ ਵਿਸ਼ ਕਰਦਾ ਹਾਂ ਕਿ ਬਾਕੀ ਟੀਚਰਸ ਵੀ ਜਿਹੜੇ ਆ ਕਾਲਜ ਦੇ ਵਿੱਚ ਤੁਹਾਡੇ ਵਰਗੇ ਹੋ ਜਾਣ। ਸੁਧਾ ਮੂਰਤੀ ਨੂੰ ਇਹ ਗੱਲ ਸੁਣ ਕੇ ਜਿਹੜੀ ਆ ਉਹ ਥੋੜਾ ਉਹਨੂੰ ਹਾਸਾ ਗਿਆ ਇਹ ਗੱਲ ਸੁਣ ਕੇ, ਜਦੋਂ ਉਹਨੇ ਕਿਹਾ ਕਿ ਹਰ ਇੱਕ ਟੀਚਰ ਜਿਹੜਾ ਕਾਲਜ ਦੇ ਵਿੱਚ ਤੁਹਾਡੇ ਵਰਗਾ ਹੋ ਜਾਏ। ਗੋਡ ਵਿਲਿੰਗ ਵੀ ਵਿਲ ਮੀਟ ਅਗੇਨ। ਜੇ ਰੱਬ ਨੇ ਚਾਹਿਆ ਤੇ ਅਸੀਂ ਦੁਬਾਰਾ ਮਿਲਾਂਗੇ। ਇੱਥੋਂ ਤੱਕ ਸਟੋਰੀ ਦਾ ਜਿਹੜਾ ਪਹਿਲਾ ਪਾਰਟ ਜਿਹੜਾ ਹੈ ਉਹ ਖਤਮ ਹੁੰਦਾ, ਜਿਹਦੇ ਵਿੱਚ ਹਸਨ ਜਿਹੜਾ ਉਹ ਆਪਣੀ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਹੁਣ ਅੱਗੇ ਕੀ ਕਰਦਾ ਉਹ ਹੁਣ ਅਸੀਂ ਸੈਕੰਡ ਪਾਰਟ ਦੇ ਵਿੱਚ ਪੜਾਂਗੇ। ਇਹ ਸੀ ਪਹਿਲਾ ਪਾਰਟ ਸਟੋਰੀ ਦਾ।